ਮਨ ਇਕਾਗਰ ਕਰਨ ਦਾ ਤਰੀਕਾ। ਕਰੀਬਨ ਪਰਮਾਰਥ ਦੇ ਹਰ ਪਾਂਧੀ ਦਾ ਮੁੱਖ ਪ੍ਰਸ਼ਨ ਇਹੋ ਹੀ ਹੁੰਦਾ ਹੈ ਕਿ ਅਸੀਂ ਬਾਣੀ ਵੀ ਪੜ੍ਹਦੇ ਹਾਂ, ਨਾਮ ਜਪਣ ਦਾ ਯਤਨ ਵੀ ਕਰਦੇ ਹਾਂ, ਪਰ ਸਾਡਾ ਮਨ ਨਹੀਂ ਟਿਕਦਾ। ਬਾਬਾ ਜੀ ਪਾਸ ਅਕਸਰ ਜਗਿਆਸੂਆਂ ਨੇ ਇਹੋ ਬੇਨਤੀ ਕਰਨੀ ਤੇ ਨਾਲ ਹੀ ਕਹਿਣਾ ਕਿ ਬਾਬਾ ਜੀ ਮਨ ਨੂੰ ਟਿਕਾਉਣ ਦਾ ਕੋਈ ਤਰੀਕਾ ਦੱਸੋ। ਆਪ ਜੀ ਨੇ ਬੜੇ ਪ੍ਰੇਮ ਨਾਲ ਉਸ ਜਗਿਆਸੂ ਦੇ ਪ੍ਰਸ਼ਨ ਨੂੰ ਸੁਣ ਕੇ ਉੱਤਰ ਦੇਣਾ ਕਿ ਜਿਸ ਮਨ ਨੂੰ ਟਿਕਾਉਣ ਲਈ ਸਾਡੇ ਮਨ ਵਿੱਚ ਇਤਨੀ ਲਾਲਸਾ ਹੈ, ਇਤਨੀ ਚਾਹਨਾ ਹੈ ਕਿ ਉਸ ਮਨ ਨੂੰ ਟਿਕਾਉਣ ਲਈ ਅਸੀਂ ਕੋਈ ਯਤਨ ਵੀ ਕਰਦੇ ਹਾਂ, ਭਾਵ ਕੋਈ ਵਕਤ ਵੀ ਕੱਢਦੇ ਹਾਂ। ਜਿਸ ਸਮੇਂ ਵਿੱਚ ਅਸੀਂ ਇਹ ਅਭਿਆਸ ਕਰੀਏ ਕਿ ਸਾਡੇ ਮਨ ਨੇ ਹੁਣ ਬਾਹਰ ਭੱਜਣਾ ਹੈ ਤੇ ਅਸੀਂ ਇਸ ਨੂੰ ਰੋਕਣ ਦਾ ਯਤਨ ਕਰਨਾ ਹੈ। ਸੋ ਭਾਈ, ਜੇ ਯਤਨ ਕਰਦੇ ਹਾਂ ਤਾਂ ਧੰਨਤਾ ਦੇ ਯੋਗ ਹਾਂ। ਜੇ ਅਜੇ ਆਪਾਂ ਯਤਨ ਹੀ ਨਹੀਂ ਰੰਭਿਆ ਤਦ ਬਿਨਾਂ ਯਤਨ ਤੋਂ ਤਾਂ ਕੋਈ ਛੋਟਾ ਮੋਟਾ ਦੁਨਿਆਵੀ ਕੰਮ ਵੀ ਨਹੀਂ ਸੌਰਦਾ। ਇਹ ਤਾਂ ਮਨ ਜੀਤੈ ਜਗਜੀਤ ਅਨੁਸਾਰ ਸੰਸਾਰ ਨੂੰ ਫਤਿਹ ਕਰਨ ਜਿੰਨਾ ਔਖਾ ਕੰਮ ਹੈ, ਤੇ ਬਿਨਾਂ ਸਮਾਂ ਕੱਢਿਆਂ, ਬਿਨਾਂ ਇਹ ਕੰਮ ਨੂੰ ਆਰੰਭਿਆਂ ਹੀ ਅਸੀਂ ਇਸ ਕੰਮ ਦੀ ਸੰਪੂਰਨਤਾ ਹੋਣੀ ਲੋਚਦੇ ਹਾਂ, ਜਿਹੜੀ ਕਿ ਨਾਮੁਮਕਨ ਹੈ। ਹਾਂ, ਉਂਝ ਇਸ ਵਿੱਚ ਭੂਰਾ ਜਿੰਨਾ ਵੀ ਸ਼ੱਕ ਨਹੀਂ ਕਿ ਪਰਮਾਰਥ ਦੀਆਂ ਸਾਰੀਆਂ ਪ੍ਰਾਪਤੀਆਂ ਮਨ ਦੀ ਟਿਕਾਈ ਨਾਲ ਹੀ ਪ੍ਰਾਪਤ ਹੋਣੀਆਂ ਹਨ। ਬਿਨਾਂ ਮਨ ਦੀ ਟਿਕਾਈ ਤੋਂ ਪੜ੍ਹੀ ਗੁਰਬਾਣੀ ਅਤੇ ਜਪਿਆ ਨਾਮ ਉਹ ਰੰਗ ਨਹੀਂ ਲਿਆਉਂਦੀ ਜਿਸ ਦੀ ਕਿ ਅਸੀਂ ਆਸ ਕਰਦੇ ਹਾਂ। ਮਨ ਦਾ ਸੁਭਾਅ ਬਾਹਰਮੁਖੀ ਹੋਣ ਕਰਕੇ ਇਸ ਨੇ ਬਾਹਰ ਸੰਸਾਰਕ ਪਦਾਰਥਾਂ ਵੱਲ ਭੱਜਣਾ ਹੀ ਹੈ, ਅਤੇ ਸਾਡਾ ਯਤਨ ਗੁਰੂ ਦਾ ਓਟ ਆਸਰਾ ਲੈ ਕੇ ਇਸ ਬਾਹਰਮੁਖੀ ਮਨ ਨੂੰ ਅੰਤਰਮੁਖੀ ਕਰਨ ਦਾ ਹੋਣਾ ਚਾਹੀਦਾ ਹੈ। ਭਾਈ ਗੁਰਦਾਸ ਜੀ ਉਹਨਾਂ ਤੋਂ ਹੀ ਕੁਰਬਾਨ, ਉਹਨਾਂ ਤੋਂ ਹੀ ਸਦਕੇ ਜਾਂਦੇ ਹਨ ਜੋ ਇਸ ਸਾਧਨ ਨੂੰ ਅਪਣਾਉਂਦੇ ਹਨ। ਹਉ ਸਦਕੇ ਤਿਨਾਂ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਮਨ ਨੇ ਤਾਂ ਬਾਹਰ ਜਾਣਾ ਹੀ ਹੈ, ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਜਨਮਾਂ ਜਨਮੰਤਰਾਂ ਤੋਂ ਦੇ ਕਰਮ ਸੰਸਕਾਰਾਂ ਕਾਰਨ ਇਹ ਮਨ ਆਪਣੇ ਅਸਲੇ, ਆਪਣੇ ਕੇਂਦਰ ਤੋਂ ਦੂਰ ਹੋ ਕੇ ਮੈਲਾ ਹੋ ਚੁੱਕਾ ਹੈ ਅਤੇ ਮੁੜ ਮੁੜ ਕੇ ਉਹਨਾਂ ਮਾਇਕੀ ਵਸਤੂਆਂ ਵੱਲ ਭੱਜਦਾ ਹੈ ਜੋ ਇਸ ਨੂੰ ਚੰਗੀਆਂ ਲੱਗਦੀਆਂ ਹਨ। ਪਰ ਜਿਨ੍ਹਾਂ ਮਾਇਕੀ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਸਾਡਾ ਇਹ ਮਨੁਆ ਸੰਕਲਪ ਕਰਕੇ ਬਾਹਰਮੁਖੀ ਹੁੰਦਾ ਹੈ, ਗੁਰੂ ਉਪਦੇਸ਼ ਅਨੁਸਾਰ ਅਸੀਂ ਉਸ ਨੂੰ ਵਿਵੇਕ ਬੁੱਧੀ ਰਾਹੀਂ ਵੇਖਣਾ ਹੈ ਕਿ ਜਿਸ ਪਾਸੇ ਸਾਡਾ ਮਨ ਭੱਜਦਾ ਹੈ, ਕੀ ਇਹ ਸੱਚਮੁੱਚ ਚੰਗਾ ਵੀ ਹੈ ਕਿ ਨਹੀਂ। ਇਸ ਤਰ੍ਹਾਂ ਗੁਰਬਾਣੀ ਤੋਂ ਅਗਵਾਈ ਲੈ ਕੇ ਆਪਣੇ ਸ੍ਰੇਸ਼ਟ ਮਨ, ਭਾਵ ਆਪਣੀ ਬੁੱਧੀ ਨਾਲ ਆਪਣੇ ਮੈਲੇ ਮਨ ਨੂੰ ਬਾਹਰ ਜਾਣ ਤੋਂ ਰੋਕਣ ਲਈ ਯਤਨ ਕਰਨਾ ਚਾਹੀਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਇਹ ਫਰਮਾਨ ਹੈ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ, ਮਨ ਜੋ ਇੱਛਾ ਸੋ ਲਹੈ, ਸੱਚਾ ਸ਼ਬਦ ਸੁਭਾਏ। ਇਸ ਤਰ੍ਹਾਂ ਯਤਨ ਕਰਨ ਨਾਲ ਮਨ ਹੀ ਤੇ ਮਨ ਮਾਨਿਆ, ਗੁਰ ਕਾ ਸ਼ਬਦ ਅਪਾਰ। ਮਨ ਵਿੱਚ ਜੋ ਸੰਕਲਪ ਉੱਠ ਰਹੇ ਹਨ, ਜਿਨ੍ਹਾਂ ਨੂੰ ਅਸੀਂ ਫੁਰਨੇ ਕਹਿੰਦੇ ਹਾਂ, ਇਹ ਫੁਰਨੇ ਸੁਭਾਅ ਤੋਂ ਪੈਦਾ ਹੁੰਦੇ ਹਨ। ਸੁਭਾਅ ਕਿਵੇਂ ਬਣਦਾ ਹੈ? ਜੋ ਕਰਮ ਮਨੁੱਖ ਵਾਰ-ਵਾਰ ਕਰੇ ਉਹੋ ਜਿਹਾ ਹੀ ਉਸ ਦਾ ਸੁਭਾਅ ਬਣ ਜਾਂਦਾ ਹੈ। ਕਰਮ ਵਾਰ-ਵਾਰ ਉਹੋ ਹੀ ਇਸ ਜੀਵ ਦੁਆਰਾ ਕੀਤੇ ਜਾਂਦੇ ਹਨ ਜਿਹੋ ਜਿਹਾ ਇਸ ਦਾ ਆਲਾ ਦੁਆਲਾ, ਭਾਵ ਸੰਗਤ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਹੁਕਮ ਹੈ, ਜੇ ਇਹ ਕਰਮ ਕਮਾਏ ਤੇਹਾ ਹੋਏ ਸੀ। ਜਿਹੋ ਜਿਹੀ ਇਹ ਜੀਵ ਸੰਗਤ ਕਰਦਾ ਹੈ ਅਤੇ ਮੁੜ-ਮੁੜ ਕਰਮ ਕਰਦਾ ਹੈ, ਉਹੋ ਜਿਹੇ ਹੀ ਫੁਰਨੇ ਵਾਰ-ਵਾਰ ਮਨ ਵਿੱਚ ਆਉਂਦੇ ਹਨ। ਸੋ ਮਨ ਨੂੰ ਟਿਕਾਉਣ ਵਾਸਤੇ ਸਭ ਤੋਂ ਪਹਿਲਾ ਕੰਮ ਅਸੀਂ ਇਹ ਕਰੀਏ ਕਿ ਨਿਤ ਦੀ ਸੰਗਤ ਨੂੰ ਆਪਾਂ ਗੁਰੂ ਸੰਗਤ ਵਿੱਚ ਬਦਲ ਲਈਏ। ਦੂਸਰਾ, ਆਪਣੇ ਮਨ ਨੂੰ ਗੁਰਬਾਣੀ, ਭਾਵ ਗੁਰ ਉਪਦੇਸ਼ ਸੁਣਨ ਵਿੱਚ ਲਾ ਦਈਏ, ਕਿਉਂਕਿ ਗੁਰੂ ਬਚਨਾਂ ਨੂੰ ਸਰਵਣ ਕਰਨ ਨਾਲ ਸੁਣਿਆ ਲਾਗੈ ਸਹਿਜ ਧਿਆਨ। ਇਸ ਤੋਂ ਇਲਾਵਾ ਜਪਜੀ ਸਾਹਿਬ ਵਿੱਚ 4 ਪੌੜੀਆਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਅਤੇ ਜਪਣ ਵਾਲੇ ਨਾਮ ਨੂੰ ਸੁਣਨ ਦੇ ਮਹਾਤਮ ਪ੍ਰਤੀ ਹੀ ਉਚਾਰਨ ਕੀਤੀਆਂ ਹਨ। ਜੇ ਅਸੀਂ ਉਹਨਾਂ ਨੂੰ ਵਿਚਾਰ ਕੇ ਪੜ੍ਹੀਏ ਤਦ ਗਿਆਤ ਹੋ ਜਾਵੇਗਾ ਕਿ ਸੁਣਨ ਨਾਲ ਕੀ ਕੁਝ ਪ੍ਰਾਪਤ ਹੋ ਸਕਦਾ ਹੈ। ਆਪਾਂ ਹੁਣ ਵੇਖਣਾ ਹੈ ਕਿ ਜਿੰਨੀ ਵੀ ਬਾਣੀ ਅਸੀਂ ਪੜ੍ਹਦੇ ਹਾਂ ਉਸ ਵਿੱਚੋਂ ਕਿੰਨੀ ਕੁ ਸੁਣਦੇ ਹਾਂ। ਗੁਰਬਾਣੀ ਅਸੀਂ ਤਦ ਹੀ ਸੁਣ ਸਕਾਂਗੇ ਜੇਕਰ ਮਨ ਟਿਕਾਓ ਵਿੱਚ ਹੋਵੇਗਾ। ਜੋ ਅਸੀਂ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕਰੀਏ ਤਦ ਵੀ ਉਸ ਨੂੰ ਆਪਣੇ ਕੰਨਾਂ ਨਾਲ ਸੁਣੀਏ। ਮੁੜ-ਮੁੜ ਜਾਪ ਕਰਕੇ ਉਸ ਜਾਪ ਦੀ ਧੁਨ ਨੂੰ ਸੁਣਨ ਵਿੱਚ ਮਨ ਨੂੰ ਲਾ ਦਈਏ, ਬਸ ਕਾਰਜ ਸੌਰ ਜਾਵੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਅਗਵਾਈ ਹੈ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਬਾਬਾ ਜੀ ਮਨ ਨੂੰ ਟਿਕਾਉਣ ਲਈ ਇੱਕ ਹੋਰ ਸਾਧਨ ਵੀ ਦੱਸਿਆ ਕਰਦੇ ਸਨ ਕਿ ਨਿਯਮ ਨਾਲ ਜੇਕਰ ਅਸੀਂ ਹਰ ਰੋਜ਼ ਮੂਲ ਮੰਤਰ ਦੇ ਘੱਟੋ-ਘੱਟ 27 ਪਾਠ ਜਾਂ ਜਿੰਨੇ ਹੋਰ ਇਸ ਤੋਂ ਵੱਧ ਹੋ ਸਕਣ ਕਰੀਏ, ਪਰ ਗਿਣਤੀ ਵਿੱਚ ਕੇਵਲ ਉਹ ਹੀ ਮੂਲ ਮੰਤਰ ਦਾ ਪਾਠ ਸ਼ਾਮਲ ਕਰਨਾ ਹੈ ਜੋ ਸਾਰਾ ਹੀ ਸਾਡੇ ਮਨ ਨੇ ਸੁਣਿਆ ਹੋਵੇ। ਜੇ ਮੂਲ ਮੰਤਰ ਦਾ ਪਾਠ ਕਰਦਿਆਂ ਮਨ ਬਾਹਰਲੇ ਫੁਰਨੇ ਵਿੱਚ ਚਲਾ ਜਾਵੇ ਤਦ ਫਿਰ ਮੁੜ ਕੇ ਆਰੰਭ ਤੋਂ ਇਹ ਪਾਠ ਆਰੰਭ ਕਰ ਦੇਣਾ, ਭਾਵੇਂ 4 ਵਾਰ, ਭਾਵੇਂ 5 ਵਾਰ, ਭਾਵੇਂ 6 ਵਾਰ ਮੁੜ-ਮੁੜ ਕੇ ਕਰਨਾ ਪਵੇ,
ਪਰ ਗਿਣਤੀ ਵਿੱਚ ਉਹ ਪਾਠ ਹੀ ਸ਼ਾਮਲ ਕਰਨਾ ਹੈ ਜੋ ਬਿਨਾਂ ਫੁਰਨਾ ਆਏ ਸੰਪੂਰਨ ਹੋਵੇ। ਇਸ ਤਰ੍ਹਾਂ ਯਤਨ ਕਰਦੇ ਕਰਦੇ ਮਨ ਸੁਣਨ ਦਾ ਆਦੀ ਹੋ ਜਾਵੇਗਾ ਅਤੇ ਇਕਾਗਰਤਾ ਵੱਧਦੀ ਜਾਵੇਗੀ। ਜਿਉਂ-ਜਿਉਂ ਇਕਾਗਰਤਾ ਵਧੇਗੀ ਤਿਉਂ-ਤਿਉਂ ਮਨ ਨੂੰ ਨਾਮ ਦਾ ਰਸ ਆਉਣ ਲੱਗ ਪਵੇਗਾ। ਜਦੋਂ ਨਾਮ ਦਾ ਰਸ ਆਉਣ ਲੱਗ ਪਿਆ ਫਿਰ ਤਾਂ ਹਰ ਰਸ ਕਾ ਤੂ ਚਾਖਹਿ ਸਾਧ, ਚਾਖਤ ਹੋਏ ਰਹਿ ਬਿਸਮਾਦ ਵਾਲੀ ਦਸ਼ਾ ਵਾਪਰਨ ਲੱਗ ਜਾਵੇਗੀ। ਮਨ ਨੂੰ ਮਾਰਨ ਦੀ ਲੋੜ ਨਹੀਂ, ਨਾ ਹੀ ਇਸ ਮਨ ਨੇ ਮਰਨਾ ਹੈ। ਕੇਵਲ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਸੋਚ ਮੰਡਲ ਵਿੱਚ ਵਸਾ ਕੇ ਮਨ ਦਾ ਪ੍ਰਵਾਹ, ਮਨ ਦਾ ਵੇਗ, ਮਨ ਦਾ ਰੁਖ ਬਦਲਣ ਦੀ ਲੋੜ ਹੈ। ਨਾ ਮਨ ਮਰੈ ਨਾ ਮਾਇਆ ਮਰੈ, ਜਿਨ ਕਿਛ ਕੀਆ ਸੋਈ ਜਾਣੈ, ਸ਼ਬਦ ਵਿਚਾਰ ਭਉ ਸਾਗਰ ਤਰੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਭਾਤੀ ਰਾਗ ਵਿੱਚ ਇਹ ਹੁਕਮ ਹੈ। ਬਸ ਮਨ ਦੇ ਵਹਾਅ ਨੂੰ ਕੇਵਲ ਉਲਟਾਉਣ ਦੀ ਹੀ ਲੋੜ ਹੈ। ਜਿਵੇਂ ਕਿ ਸੂਫੀ ਫਕੀਰ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਿਦ ਪਾਸ ਪਰਮਾਰਥ ਦੀ ਪੁੱਛ ਲਈ ਜਦ ਪੁੱਜੇ ਤੇ ਮਨ ਨੂੰ ਪਰਮੇਸ਼ਰ ਵਾਲੇ ਪਾਸੇ ਲਾਉਣ ਦੀ ਵਿਧੀ ਪੁੱਛੀ, ਤਦ ਉਹਨਾਂ ਦੇ ਮੁਰਸ਼ਿਦ ਇਨਾਇਤ ਸ਼ਾਹ ਉਸ ਸਮੇਂ ਗੰਢਿਆਂ ਦੀ ਪਨੀਰੀ ਪੁੱਟ ਰਹੇ ਸਨ। ਆਪਣੇ ਕੰਮ ਵਿੱਚ ਰੁੱਝੇ ਰਹੇ ਤੇ ਉੱਤਰ ਦਿੱਤਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਉਧਰ ਲਾਉਣਾ। ਬਸ ਮਨ ਨੂੰ ਸੰਸਾਰਕ ਸੋਚਾਂ, ਫਿਕਰਾਂ ਅਤੇ ਮਾੜੇ ਫੁਰਨਿਆਂ ਵੱਲੋਂ ਹਟਾ ਕੇ ਗੁਰਬਾਣੀ, ਕੀਰਤਨ ਅਤੇ ਨਾਮ ਸੁਣਨ ਵਾਲੇ ਪਾਸੇ ਲਾਉਣ ਦੀ ਹੀ ਲੋੜ ਹੈ। ਮਨ ਦਾ ਰੌਂ ਹੀ ਬਦਲਣਾ ਹੈ। ਇਹ ਕੋਈ ਸੌਖੀ ਖੇਡ ਵੀ ਨਹੀਂ। ਪਹਿਲਾਂ ਕਾਫੀ ਯਤਨ ਕਰਨਾ ਪਵੇਗਾ, ਪਰ ਸਫਲ ਹੋਣ ਤੇ ਪ੍ਰਾਪਤੀ ਵੀ ਓਨੀ ਹੀ ਰਸਦਾਇਕ ਤੇ ਆਨੰਦਮਈ ਹੁੰਦੀ ਹੈ। ਦੂਸਰਾ, ਆਪਣਾ ਯਤਨ ਕਰਨ ਦੇ ਨਾਲ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਦਾਸਾ ਭਾਵ ਧਾਰ ਕੇ ਅਰਦਾਸ ਅਵੱਸ਼ ਕਰਨੀ ਚਾਹੀਦੀ ਹੈ ਕਿ ਹੇ ਸਤਿਗੁਰੂ ਜੀ, ਅਸੀਂ ਆਪਣੇ ਮਨ ਨੂੰ ਆਪ ਟਿਕਾਉਣ ਦੇ ਸਮਰੱਥ ਨਹੀਂ ਹਾਂ। ਆਪ ਜੀ ਹੀ ਦਇਆ ਕਰਕੇ ਇਸ ਦੈਦ ਸੁਭਾਵ ਦੇ ਮਨੁਏ ਦੀ ਟਿਕਾਈ ਬਖਸ਼ ਕੇ ਨਾਮ ਦਾ ਰਸੀਆ ਬਣਾਓ। ਇਸ ਪ੍ਰਕਾਰ ਨਿਮਰਤਾ ਸਹਿਤ ਕੀਤੀ ਅਰਦਾਸ ਨਾਲ ਇਸ ਸ੍ਰੇਸ਼ਟ ਯਤਨ ਨੂੰ ਹੋਰ ਵੀ ਸਹਾਇਤਾ ਮਿਲਦੀ ਹੈ। ਬਾਬਾ ਜੀ ਪਰਮਾਰਥੀ ਪ੍ਰੇਮੀਆਂ ਨੂੰ ਪਰਮੇਸ਼ਰ ਪ੍ਰਾਪਤੀ ਲਈ ਅਕਸਰ ਕਿਹਾ ਕਰਦੇ ਸਨ ਕਿ ਸੰਸਾਰ ਦੇ ਵਿੱਚ ਸੰਜਮ ਬਹੁਤ ਵੱਡਾ ਗੁਣ ਹੈ। ਹਰ ਗੁਰਸਿੱਖ ਨੂੰ ਉਸ ਦਾ ਧਾਰਨੀ ਬਣਨਾ ਚਾਹੀਦਾ ਹੈ। ਜਿਵੇਂ ਸੰਸਾਰਕ ਲੋੜਾਂ ਅਤੇ ਕੰਮਾਂ ਪ੍ਰਤੀ ਸੰਜਮ ਅਤ ਜ਼ਰੂਰੀ ਹੈ, ਤਿਵੇਂ ਹੀ ਜੋ ਸਮਾਂ ਅਸੀਂ ਪਰਮਾਰਥ ਵਾਲੇ ਪਾਸੇ ਲਾਉਂਦੇ ਹਾਂ ਉਸ ਦੀ ਵੀ ਬਹੁਤ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਭਾਵ ਥੋੜੇ ਸਮੇਂ ਵਿੱਚ ਬਹੁਤਾ ਲਾਭ ਪ੍ਰਾਪਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਹ ਹੋਵੇਗਾ ਤਦ ਹੀ ਜੇ ਅਸੀਂ ਬਾਣੀ ਪੜ੍ਹਨ ਅਤੇ ਨਾਮ ਸਿਮਰਨ ਸਮੇਂ ਮਨ ਨੂੰ ਇਕਾਗਰ ਕਰਕੇ ਬਾਣੀ ਅਤੇ ਗੁਰਮੰਤਰ ਸੁਣਨ ਵਿੱਚ ਲਾ ਦਈਏ। ਜੇ ਧਿਆਨ ਬਾਹਰ ਮੁਖੀ ਹੈ, ਕੇਵਲ ਰਟਨ ਹੀ ਕਰੀ ਜਾ ਰਹੇ ਹਾਂ, ਤਾਂ ਇੰਝ ਜਾਣ ਲਵੋ ਕਿ ਅਸੀਂ ਉਸ ਸਮੇਂ ਤੋਂ ਪੂਰਾ ਲਾਭ ਨਹੀਂ ਲੈ ਰਹੇ। ਗੁਰੂ ਦੀ ਹਜ਼ੂਰੀ ਵਿੱਚ ਪੜ੍ਹੀ ਹੋਈ ਬਾਣੀ ਤੇ ਕੀਤਾ ਹੋਇਆ ਭਜਨ ਹੀ ਪੂਰਨ ਤੌਰ ਤੇ ਪ੍ਰਵਾਨ ਹੁੰਦਾ ਹੈ। ਗੈਰ ਹਜ਼ੂਰੀ ਦੇ ਭਜਨ ਦਾ ਕੇਵਲ ਸ੍ਰੇਸ਼ਟ ਕਰਮ ਹੀ ਬਣਦਾ ਹੈ, ਜੋ ਕਿ ਬਹੁਤ ਦੇਰ ਬਾਅਦ ਫਲਦਾਇਕ ਹੁੰਦਾ ਹੈ। ਨਿਰੀ ਗਿਣਤੀ ਜਾਂ ਪੜ੍ਹਾਈ ਨੂੰ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੋਰ ਹਉਮੈ ਝਕਣਾ ਝਾਕ ਕਿਹਾ ਹੈ। ਜਿਵੇਂ ਆਸਾ ਜੀ ਦੀ ਵਾਰ ਵਿੱਚ ਆਪਾਂ ਆਮ ਅਕਸਰ ਸੁਣਦੇ ਹਾਂ, ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਹੈ ਜੇਤੇ ਬਰਸ ਬਰਸ, ਪੜੀਐ ਹੈ ਜੇਤੇ ਮਾਸ, ਪੜੀਐ ਹੈ ਜੇਤੀ ਆਰਜਾ, ਪੜੀਐ ਹੈ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਕਣਾ ਝਾਕ। ਬਾਬਾ ਕਬੀਰ ਜੀ ਵੀ ਸੋਰਠ ਰਾਗ ਵਿੱਚ ਫਰਮਾਉਂਦੇ ਹਨ ਕਿ ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅਤੇ ਪੰਜਵੇਂ ਗੁਰਦੇਵ ਜੀ ਵੀ ਹੁਕਮ ਕਰਦੇ ਹਨ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾਂ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਜੇਕਰ ਕਿਸੇ ਮੁਸਾਫਰ ਨੇ ਲੰਬਾ ਸਫ਼ਰ ਤੈਅ ਕਰਨਾ ਹੋਵੇ ਤਦ ਉਸਨੂੰ ਸਟੇਸ਼ਨ ਤੇ ਪੁੱਜਣਾ ਪੈਂਦਾ ਹੈ। ਅਸਲੀ ਸਫ਼ਰ ਤਾਂ ਤਦ ਹੀ ਸ਼ੁਰੂ ਹੋਵੇਗਾ ਜਦ ਰੇਲ ਗੱਡੀ ਜਾਂ ਬੱਸ ਵਿੱਚ ਬੈਠਾਂਗੇ। ਇਸੇ ਤਰ੍ਹਾਂ ਸਰੀਰ ਨਾਲ ਅੱਖਰੀ ਨਾਮ ਜਪਣਾ ਭਾਵ ਰਸਨਾ ਦੁਆਰਾ ਨਾਮ ਦਾ ਰਟਨ ਕਰਨਾ ਮਾਨੋ ਸਟੇਸ਼ਨ ਤੱਕ ਪੁੱਜਣਾ ਹੈ। ਅਸਲੀ ਆਤਮਕ ਸਫ਼ਰ ਤਾਂ ਪਰਮੇਸ਼ਰ ਜੀ ਦੀ ਹਜ਼ੂਰੀ ਵਿੱਚ ਆਤਮਾ ਨਾਲ ਸਿਮਰਨ ਕਰਨ ਨਾਲ ਹੀ ਤੈਅ ਹੋਵੇਗਾ। ਆਤਮਾ ਨਾਲ ਸਿਮਰਨ ਕਰਨਾ ਮਾਨੋ ਗੱਡੀ ਰਾਹੀਂ ਜਾਂ ਜਹਾਜ਼ ਰਾਹੀਂ ਸਫ਼ਰ ਕਰਨ ਦੇ ਬਰਾਬਰ ਹੈ। ਮਨ ਦਾ ਇਸ ਸੰਸਾਰ ਵਿੱਚ ਆਉਣ ਦਾ ਕੇਵਲ ਤੇ ਕੇਵਲ ਇੱਕੋ ਇੱਕ ਪ੍ਰਯੋਜਨ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਸਤਿਗੁਰੂ ਜੀ ਨੇ ਰਸਤਾ ਵੀ ਦੱਸਿਆ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਤਥਾ ਜਪਹੁ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਭਗਤ ਕਬੀਰ ਜੀ ਨੇ ਵੀ ਇਸ ਗੁਰੂ ਬਚਨ ਦੀ ਪ੍ਰੋੜਤਾ ਕੀਤੀ ਹੈ, ਕੇਵਲ ਨਾਮ ਜਪੋਰੇ ਪ੍ਰਾਨੀ, ਪਰੋ ਏਕ ਕੀ ਸ਼ਰਣਾ। ਕੇਵਲ ਨਾਮ ਜਪੋਰੇ ਪ੍ਰਾਨੀ, ਤਬ ਹੀ ਨਿਹਚੈ ਤਰਨਾ। ਸੋ ਨਾਮ ਜਪਣ ਵਾਸਤੇ ਸਭ ਤੋਂ ਵੱਧ ਸਹਾਇਕ ਸਤ ਸੰਗਤ ਹੈ। ਸੋ ਆਪਾਂ ਨੂੰ ਸਤ ਸੰਗਤ ਹਰ ਰੋਜ਼ ਕਰਨੀ ਚਾਹੀਦੀ ਹੈ।
ਸਭ ਤੋਂ ਸ੍ਰੇਸ਼ਟ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਹਰ ਗੁਰਸਿੱਖ ਨੂੰ ਘੱਟੋ ਘੱਟ 1 ਜਾਂ 2 ਪੰਨੇ ਜਾਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਸਹਿਤ ਪਾਠ ਹਰ ਰੋਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਤਿਗੁਰੂ ਜੀ ਨਾਲ ਸੰਗਤ ਬਣੀ ਰਹਿੰਦੀ ਹੈ ਅਤੇ ਗੁਰੂ ਮਹਾਰਾਜ ਜੀ ਪਾਸੋਂ ਸਾਨੂੰ ਹਰ ਰੋਜ਼ ਨਿਤ ਨਵੀਂ ਤੋਂ ਨਵੀਂ ਆਰਥਕ ਪ੍ਰਮਾਰਥਕ ਅਗਵਾਈ ਮਿਲਦੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਅਨੁਸਾਰ ਜਿਸ ਪ੍ਰਾਣੀ ਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨੇ ਹੋਣ ਉਹ ਸ਼ਰਧਾ ਭਾਵਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ। ਇਹ ਹੀ ਗੁਰਦੇਵ ਜੀ ਦੇ ਦਰਸ਼ਨ ਹਨ। ਜਿਸ ਨੇ ਗੁਰੂ ਨਾਲ ਬਚਨ ਕਰਨੇ ਹੋਣ ਉਹ ਗੁਰੂ ਕੀ ਬਾਣੀ ਨੂੰ ਪ੍ਰੇਮ ਸਹਿਤ ਵਿਚਾਰ ਨਾਲ ਪੜ੍ਹੇ। ਗੁਰ ਦਰਸ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ, ਬਾਤ ਕਰਨ ਗੁਰਸੋਂ ਚਹੈ ਪੜ੍ਹੇ ਗ੍ਰੰਥ ਮਨ ਲਾਏ। ਭਾਈ ਨੰਦ ਲਾਲ ਜੀ ਨੇ ਵੀ ਰਹਿਤਨਾਮੇ ਵਿੱਚ ਇਸੇ ਭਾਵ ਦੇ ਵਾਕ ਅੰਕਿਤ ਕੀਤੇ ਹਨ। ਜੋ ਸਿੱਖ ਗੁਰ ਦਰਸ਼ਨ ਕੀ ਚਾਹ, ਦਰਸ਼ਨ ਕਰੇ ਗ੍ਰੰਥ ਜੀ ਆਹ। ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਸ਼ਨਾ ਕਰੇ ਸੁਜਾਨ। ਜੋ ਮਮ ਸਾਥ ਚਹੇ ਕਰਬਾਤ, ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਜੋ ਮੁਝ ਬਚਨ ਸੁਣਨ ਕੀ ਚਾਹੇ, ਗ੍ਰੰਥ ਜੀ ਪੜ੍ਹੇ ਸੁਣੇ ਚਿਤ ਲਾਏ। ਮੇਰਾ ਰੂਪ ਗ੍ਰੰਥ ਜੀ ਜਾਣ, ਇਸ ਮੈਂ ਭੇਦ ਨਹੀਂ ਕਛ ਮਾਨ। ਦੂਸਰੇ ਗੁਰੂ ਪਿਆਰ ਵਾਲੇ ਗੁਰਸਿੱਖਾਂ ਦੀ ਸੰਗਤ ਕਰਨ ਨਾਲ ਮਨ ਵਿੱਚ ਨਾਮ ਜਪਣ ਅਤੇ ਨਾਮੀ ਨੂੰ ਮਿਲਣ ਵਾਸਤੇ ਮਨ ਵਿੱਚ ਉਤਸ਼ਾਹ ਉਮੜਦਾ ਹੈ। ਤਥਾ ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣਤਾਸਾ ਵਾਲੀ ਚਾਹ ਵਾਲੀ ਸਿੱਖ ਮਨ ਵਿੱਚ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਸਤ ਸੰਗਤ ਵਿੱਚ ਆਉਣ ਨਾਲ ਹੀ ਮਾੜੇ ਚੰਗੇ ਕਰਮਾਂ ਦੀ ਸੋਝੀ ਮਿਲਦੀ ਹੈ। ਮਾੜੇ ਕੰਮਾਂ ਨੂੰ ਤਿਆਗਣ ਅਤੇ ਚੰਗੇ ਕੰਮਾਂ ਨੂੰ ਕਰਨ ਵਾਸਤੇ ਮਨ ਵਿੱਚ ਪ੍ਰੇਰਨਾ ਪੈਦਾ ਹੁੰਦੀ ਹੈ, ਜਿਸ ਸਦਕਾ ਬੁਰੇ ਕਰਮ ਘਟ ਜਾਂਦੇ ਹਨ ਅਤੇ ਸ਼ੁਭ ਕਰਮਾਂ ਵਿੱਚ ਵਾਧਾ ਹੋਣ ਲੱਗ ਜਾਂਦਾ ਹੈ। ਸੱਤੀ ਪਹਿਰੀ ਸਤ ਭਲਾ ਬਈਐ ਪੜ੍ਹਿਆਂ ਪਾਸ, ਉਥੈ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਗੁਰੂ ਪਿਆਰਿਆਂ ਦੀ ਸੰਗਤ ਕਰਨ ਨਾਲ ਵਿਵੇਕ ਬੁੱਧੀ ਭਾਵ ਵਿਚਾਰ ਬੁੱਧੀ ਹੋ ਜਾਂਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ। ਤੀਸਰੇ, ਜੇ ਗੁਰਸਿੱਖ ਪਿਆਰਿਆਂ ਦੀ ਸੰਗਤ ਕਿਤੇ ਨਾ ਮਿਲ ਸਕੇ ਤਾਂ ਗੁਰਸਿੱਖ ਨੂੰ ਧਰਮ ਗ੍ਰੰਥਾਂ ਦੀ ਸੰਗਤ ਕਰਨੀ ਲੋੜੀ ਹੈ। ਗੁਰੂ ਸਾਹਿਬਾਂ ਅਤੇ ਗੁਰੂ ਪਿਆਰਿਆਂ ਦੇ ਜੀਵਨ ਚਰਿੱਤਰ ਪੜ੍ਹਨ ਸੁਣਨ ਨਾਲ ਉਹਨਾਂ ਵੱਲੋਂ ਪਾਏ ਪੱਗ ਚਿੰਨ੍ਹਾਂ ਉੱਪਰ ਤੁਰਨ ਦੀ ਪ੍ਰੇਰਨਾ ਮਿਲਦੀ ਹੈ। ਸੋ ਹਰ ਗੁਰਸਿੱਖ ਮਾਈ ਭਾਈ ਨੂੰ ਇਹਨਾਂ ਤਿੰਨਾਂ ਸੰਗਤਾਂ ਵਿੱਚੋਂ ਜਿਹੜੀ ਵੀ ਸੰਗਤ ਪ੍ਰਾਪਤ ਹੋਵੇ ਉਸ ਦਾ ਪੂਰਾ ਲਾਹਾ ਪ੍ਰਾਪਤ ਕਰਨਾ।